कि साडे लई शायद कामयाबी की डेफिनेशन वो हो गई है कि मैं किहड़ी गड्डी च जिथे आया, मेरे को कोठी या घर जो भी है, किन्ने तुहाडे एकड़ ने और यार्ड्स ने, जो भी हुंदा किन्ने उहदे च कमरे ने, मेरे को नौकर चाकर किन्ने ने, बीबियां कोल सूट किन्ने ने। ਅਸੀਂ ਉੱਥੇ ਯੂਨੀਵਰਸਿਟੀ ਗਲੀਆਂ ਚੋਂ ਵੀ ਲੰਘਦੇ ਸੀ ਤੇ ਸਾਨੂੰ ਮੁੰਡੇ ਵੀ ਇਹ ਕਹਿ ਕੇ ਛੇੜਦੇ ਸੀ ਬਾਬਾ ਜੀ ਆ ਗਏ ਨੇ। ਇਹ ਗੱਲ ਠੀਕ ਨਹੀਂ ਹੈ ਬਾਏ ਦ ਵੇ, ਮੁੰਡੇ ਉਹ ਛੇੜਨਾ ਨਹੀਂ ਹੁੰਦਾ, ਸਾਰੀਆਂ ਤੁਹਾਡੀਆਂ ਭੈਣਾਂ ਨੇ। ਪੰਜਾਬੀ ਦੀ ਗੱਲ ਸ਼ਾਪਿੰਗ ਜਾਓ ਤਾਂ ਪੁੱਛਦੇ ਨੇ ਤੁਸੀਂ ਕਦੋਂ ਵਾਪਸ ਜਾਣਾ ਹੈ। ਜਦੋਂ ਉਹਨਾਂ ਨੂੰ ਪੁੱਛੀਏ ਭਾਈ ਤੈਨੂੰ ਕਿੱਦਾਂ ਪਤਾ ਲੱਗਾ ਕਿੱਥੇ ਵਾਪਸ ਜਾਣਾ ਹੈ, ਕਹਿੰਦੇ ਤੁਸੀਂ ਬਾਹਰੋਂ ਨਹੀਂ ਆਏ। ਮੈਂ ਕਿਹਾ ਮੇਰੇ ਮੱਥੇ ਤੇ ਲਿਖਿਆ ਹੈ। ਗੁਰੂ ਨਾਨਕ ਦੀ ਜੱਫੀ ਤਾਂ ਇਹੋ ਜਿਹੀ ਹੁੰਦੀ ਹੋਏਗੀ ਕਿ ਜਿੰਨੇ ਇੱਕ ਵਾਰ ਪਾ ਲਈ ਫਿਰ ਛੱਡਣ ਨੂੰ ਜੀ ਨਹੀਂ ਕਰਦਾ। ਫਿਰ ਤਾਂ ਜਿੱਥੇ ਚੱਲ ਗਏ ਗੁਰੂ ਨਾਨਕ ਨਾਲ ਹੀ ਹੈ। ਵੀਰ ਜੀ ਕਹਿ ਰਹੇ ਸੀ ਵੀ ਅਸੀਂ ਆਫਿਸਰ ਹੈਗੇ ਆ, ਅਸੀਂ ਆਫਿਸਰ ਤਾਂ ਗੁਰੂ ਦੇ ਹੀ ਆ, ਤਾਂ ਗੁਰੂ ਦੇ ਹੀ ਬਣ ਕੇ ਰਹੀਏ, ਨਹੀਂ ਤੇ ਬਹੁਤ ਪੰਗੇ ਪੈ ਜਾਣਗੇ। ਆ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਕੇ ਤਾਂ ਨਹੀਂ ਪਿੱਛੇ? ਮੈਨੂੰ ਫਤਿਹ ਦੀ ਆਵਾਜ਼ ਇੰਨੀ ਗੱਜ ਕੇ ਨਹੀਂ ਆਈ। ਫਿਰ ਸ਼ੈਲ ਵੀ ਟਰਾਈ ਅਗੇਨ? ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਗੁੱਡ, ਓਕੇ। ਮੈਂ ਤੁਹਾਨੂੰ ਇੱਕ ਸਫ਼ਰ ਦੇ ਵਿੱਚ ਲੈ ਕੇ ਜਾਣਾ। ਪਹਿਲਾਂ ਚਲੋਗੇ ਮੇਰੇ ਨਾਲ? ਠੀਕ ਹੈ। ਮੈਮ ਕਹਿਣ ਦੀ ਲੋੜ ਨਹੀਂ, ਮੈਂ ਤੁਹਾਡੀ ਭੈਣ ਆ। ਇਹ ਤੁਹਾਡਾ ਜਿਹੜਾ ਮੈਮ ਵਾਲਾ ਸਿਸਟਮ ਇੱਥੇ ਬਣ ਗਿਆ ਨਾ, ਇਹ ਗੱਲਾਂ ਹੋ ਚੁੱਕੀਆਂ, ਮੈਂ ਆਪਣੇ ਆਪ ਨੂੰ ਰਿਪੀਟ ਨਹੀਂ ਕਰਨਾ। ਪੰਜਾਬੀ ਦੀ ਗੱਲ ਸ਼ਾਪਿੰਗ ਜਾਓ ਤਾਂ ਪੁੱਛਦੇ ਨੇ ਤੁਸੀਂ ਕਦੋਂ ਵਾਪਸ ਜਾਣਾ ਹੈ। ਜਦੋਂ ਉਹਨਾਂ ਨੂੰ ਪੁੱਛੀਏ ਭਾਈ ਤੈਨੂੰ ਕਿੱਦਾਂ ਪਤਾ ਲੱਗਾ ਕਿੱਥੇ ਵਾਪਸ ਜਾਣਾ ਹੈ, ਕਹਿੰਦੇ ਤੁਸੀਂ ਬਾਹਰੋਂ ਨਹੀਂ ਆਏ। ਮੈਂ ਕਿਹਾ ਮੇਰੇ ਮੱਥੇ ਤੇ ਲਿਖਿਆ ਹੈ, ਤੁਸੀਂ ਪੰਜਾਬੀ ਬੋਲਦੇ ਹੋ। ਅਸੀਂ ਤਾਂ ਇੱਥੇ ਪੰਜਾਬੀ ਬੋਲਦੇ ਨਹੀਂ, ਕਹਿੰਦੇ ਸਾਨੂੰ ਹੁਕਮ ਹੀ ਨਹੀਂ ਹੈਗਾ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਨ ਦਾ। ਤਾਂ ਮੈਂ ਕਿਹਾ ਹੁਕਮ ਅਦੂਲੀ ਕਰੋ, ਹੁਕਮ ਉਹਦਾ ਮੰਨੋ ਜਿਹਦਾ ਮੰਨਣ ਲਈ ਆਏ ਆ। ਠੀਕ ਹੈ ਜੀ। ਤਾਂ ਆਓ ਮੈਂ ਤੁਹਾਨੂੰ ਇੱਕ ਸਫ਼ਰ 'ਚ ਲੈ ਕੇ ਜਾਵਾਂ। ਇਸ ਤਰ੍ਹਾਂ ਕਰਨਾ, ਆਪਾਂ ਸਿਰਫ ਕੁਝ ਪਲਾਂ ਲਈ ਆਪਾਂ ਆਪਣੇ ਆਪ ਨੂੰ ਇਮੈਜਿਨ ਕਰਨਾ ਕਿ ਅਸੀਂ ਇੱਕ ਕਿਊ ਦੇ ਵਿੱਚ ਖੜੇ ਹਾਂ, ਇੱਕ ਲਾਈਨ ਦੇ ਵਿੱਚ ਖੜੇ ਹਾਂ। ਠੀਕ ਹੈ। ਇਹ ਉਸ ਤਰ੍ਹਾਂ ਦੀ ਲਾਈਨ ਹੈ ਜਿਸ ਲਾਈਨ ਦੇ ਵਿੱਚ ਕੋਈ ਤਗਮਾ ਨਹੀਂ ਮਿਲਣਾ, ਕੋਈ ਰਿਵਾਰਡ ਨਹੀਂ ਮਿਲਣਾ, ਕੋਈ ਮਟੀਰੀਅਲਿਸਟਿਕ ਗੇਨ ਨਹੀਂ ਹੈਗਾ, ਕੋਈ ਚੈੱਕ ਨਹੀਂ ਮਿਲਣ ਵਾਲਾ। ਇਹ ਉਸ ਤਰ੍ਹਾਂ ਦੀ ਲਾਈਨ ਹੈ ਜਿੱਥੇ ਮੈਨੂੰ ਪਤਾ ਹੈ ਕਿ ਅਗਲੇ ਨਾਲ ਕੀ ਹੋ ਰਿਹਾ ਤੇ ਮੇਰੇ ਨਾਲ ਉਹੀ ਹੋਣ ਵਾਲਾ। ਤੇ ਇਹ ਉਸ ਤਰ੍ਹਾਂ ਦੀ ਲਾਈਨ ਹੈ ਜਿੱਥੇ ਮੇਰੇ ਕੋਲ ਚੋਇਸ ਵੀ ਹੈ ਕਿ ਮੈਂ ਉਹ ਲਾਈਨ ਛੱਡ ਕੇ ਜਾ ਸਕਦਾ ਹਾਂ। ਠੀਕ ਹੈ। ਮੇਰੇ ਨਾਲ ਹੀ ਹੋ ਸਫ਼ਰ ਦੇ ਵਿੱਚ। ਠੀਕ ਹੈ। 3 ਚੀਜ਼ਾਂ ਹੋ ਗਈਆਂ। ਕਿਹੜੀਆਂ ਕਿਹੜੀਆਂ? ਕੰਡੀਸ਼ਨ ਕੀ ਹੈ? ਇੱਕ ਲਾਈਨ ਦੇ ਵਿੱਚ ਅਸੀਂ ਖੜੇ ਹਾਂ, ਤੁਹਾਨੂੰ ਪਤਾ ਹੈ ਉਹ ਲਾਈਨ ਦੇ ਵਿੱਚ ਮੇਰੇ ਤੋਂ ਅੱਗੇ ਨਾਲ ਕੀ ਹੋ ਰਿਹਾ ਅਗਲੇ ਪਰਸਨ ਦੇ ਨਾਲ, ਕਿਉਂਕਿ ਤੁਸੀਂ ਵੀ ਉਹੀ ਕਰਨ ਜਾ ਰਹੇ ਹੋ, ਤੁਹਾਡੇ ਨਾਲ ਵੀ ਉਹੀ ਵਰਤਣ ਵਾਲਾ ਹੈ। ਦੂਸਰੀ ਗੱਲ, ਤੁਹਾਡੇ ਕੋਲ ਚੋਇਸ ਹੈਗੀ ਹੈ ਕਿ ਤੁਸੀਂ ਇੱਥੋਂ ਜਾ ਸਕਦੇ ਹੋ, ਤੁਹਾਨੂੰ ਖੁੱਲੀ ਛੁੱਟੀ ਹੈ, ਪ੍ਰੋਵਾਈਡਡ ਕਿ ਤੁਸੀਂ ਕਹਿ ਦਵੋ ਮੈਂ ਸਿੱਖ ਨਹੀਂ, ਕਿਉਂਕਿ ਤੁਹਾਡੀ ਸ਼ਹੀਦੀ ਹੋਣ ਵਾਲੀ ਹੈ। ਠੀਕ ਹੈ ਜੀ। ਤੁਹਾਡੇ ਕੋਲ ਚੋਇਸ ਕੀ ਹੈ? ਤੁਸੀਂ ਕਹਿ ਦਿਓ ਵੀ ਮੈਂ ਸਿੱਖ ਨਹੀਂ ਤੇ ਤੁਸੀਂ ਠੀਕ ਹੋ, ਤੁਹਾਨੂੰ ਕੋਈ ਸ਼ਹੀਦ ਨਹੀਂ ਕਰੇਗਾ, ਤੁਹਾਨੂੰ ਸ਼ਹੀਦੀ ਨਹੀਂ ਮਿਲੇਗੀ। ਤੁਸੀਂ ਕੀ ਕਰੋਗੇ? ਤੁਸੀਂ ਕੀ ਕਰੋਗੇ? ਇਹ ਮੈਨੂੰ ਜਵਾਬ ਨਹੀਂ ਚਾਹੀਦਾ, ਪਰ ਸਾਨੂੰ, ਮੈਂ ਵੀ ਉਹ ਲਾਈਨ ਦੇ ਵਿੱਚ ਹੀ ਹਾਂ, ਸਾਨੂੰ ਉਹਦਾ ਜਵਾਬ ਆਪਣੇ ਆਪ ਤੋਂ ਪੁੱਛਣਾ ਪਏਗਾ। ਠੀਕ ਹੈ। ਮੈਂ ਇੱਕ ਵਾਰ ਫਿਰ ਸਵਾਲ ਦੁਹਰਾ ਦੇਵਾਂ, ਤੁਸੀਂ ਕੀ ਕਰੋਗੇ? ਜਾਂ ਇਸ ਤੋਂ ਵੀ ਬੈਟਰ, ਅਸੀਂ ਕੀ ਕਰਾਂਗੇ, ਮੈਂ ਕੀ ਕਰਾਂਗੀ? ਅੱਜ ਸ਼ਾਇਦ ਉਸ ਕਿਊ ਦੇ ਵਿੱਚ, ਸ਼ਾਇਦ ਉਸ ਲਾਈਨ ਦੇ ਵਿੱਚ ਮੇਰੇ ਸਰੀਰ ਦੀ ਮੰਗ ਨਹੀਂ ਹੋ ਰਹੀ, ਮੇਰੇ ਸੀਸ ਦੀ ਮੰਗ ਨਹੀਂ ਹੋ ਰਹੀ, ਪਰ ਇਹ ਜਿਹੜਾ ਮਨ ਹੈ, ਇਹ ਮਨ ਜਿਹੜਾ ਕਹਿ ਰਿਹਾ ਵੀ ਜਾਂ ਮੈਂ ਗੁਰੂ ਦਾ ਹੋ ਸਕਦਾ ਜਾਂ ਮੈਂ ਕਾਮਯਾਬ ਹੋ ਸਕਦਾ, ਮਤਲਬ ਜਾਂ ਇੱਧਰ ਜਾਂ ਉੱਧਰ। ਠੀਕ ਹੈ। ਇੱਕ ਚੀਜ਼ ਮਿਲੇਗੀ। ਇਸ ਵੇਲੇ ਉਸ ਮਨ ਦੇ ਵਿਚਾਰਾਂ ਦੀ ਸ਼ਹੀਦੀ ਦੀ ਲੋੜ ਹੈ। ਇਹ ਜਿਹੜੇ ਇਸ ਕਾਨਫਰੰਸ ਦੇ ਕੰਟੈਕਸਟ ਦੀ ਅਸੀਂ ਗੱਲ ਕਰੀਏ ਤਾਂ ਜਿਹੜਾ ਮੈਨੂੰ ਮਨ ਕਹਿ ਰਿਹਾ ਹੈ ਵੀ ਤੂੰ ਗੁਰੂ ਵਾਲਾ ਨਾ ਬਣੀ, ਤੇਰੇ ਤੇ ਲੋਕ ਹੱਸਣਗੇ,
तू गुरु वाला ना बनी, तू कामयाब नहीं होएगा। ਜਿਹੜਾ ਮੈਨੂੰ ਮਨ ਕਹਿ ਰਿਹਾ ਫਿਟ ਇਨ ਦ ਸੋਸਾਇਟੀ, ਯੂ ਨੀਡ ਟੂ ਲੁੱਕ ਲਾਈਕ ਅਦਰ ਪੀਪਲ, ਦੂਜਿਆਂ ਵਰਗੇ ਦਿਖੋ, ਸੁਸਾਇਟੀ 'ਚ ਰਵੋ, ਥੋੜ੍ਹੀ ਬਹੁਤੀ ਐਸ਼ ਕਰੋ, ਫਿਰ ਦੇਖਾਂਗੇ ਬੁੱਢੇ ਵੇਰੇ ਹੋ ਕੇ ਕਿ ਗੁਰ ਬਾਬੇ ਦੇ ਬਣਨਾ ਕਿ ਨਹੀਂ ਬਣਨਾ। ਇਹ ਜਿਹੜਾ ਮਨ ਹੈ, ਇਹ ਮਨ ਦੇ ਵਿਚਾਰਾਂ ਦੀ ਸ਼ਹੀਦੀ ਦੀ ਲੋੜ ਹੈ। ਓਕੇ, ਅਗਲੀ ਗੱਲ, ਸਾਨੂੰ ਕੀ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਬਣ ਕੇ ਕਾਮਯਾਬ ਹੋ ਸਕਦੇ ਹਾਂ ਕਿ ਨਹੀਂ ਹੋ ਸਕਦੇ। ਇਹ ਸਿਰਫ ਸਵਾਲ ਬੱਚਿਆਂ ਲਈ ਨਹੀਂ ਹੈਗਾ, ਸਾਡੇ ਸਾਰਿਆਂ ਲਈ ਹੈ। ਕਿਉਂਕਿ ਸਾਡੇ ਲਈ ਸ਼ਾਇਦ ਕਾਮਯਾਬੀ ਦੀ ਡੈਫੀਨੇਸ਼ਨ ਉਹ ਹੋ ਗਈ ਹੈ ਕਿ ਮੈਂ ਕਿਹੜੀ ਗੱਡੀ 'ਚ ਜਿੱਥੇ ਆਇਆ, ਮੇਰੇ ਕੋਲ ਕੋਠੀ ਜਾਂ ਘਰ ਜੋ ਵੀ ਹੈ, ਕਿੰਨੇ ਤੁਹਾਡੇ ਏਕੜ ਨੇ ਔਰ ਯਾਰਡਸ ਨੇ, ਜੋ ਵੀ ਹੁੰਦਾ, ਕਿੰਨੇ ਉਹਦੇ 'ਚ ਕਮਰੇ ਨੇ, ਮੇਰੇ ਕੋਲ ਨੌਕਰ ਚਾਕਰ ਕਿੰਨੇ ਨੇ, ਬੀਬੀਆਂ ਕੋਲ ਸੂਟ ਕਿੰਨੇ ਨੇ, ਔਰ ਸੋ ਔਨ। ਕੀ ਇਹ ਕਾਮਯਾਬੀ ਹੈ ਜਾਂ ਕੁਛ ਹੋਰ? ਸਾਡਾ ਵਿਜ਼ਨ ਕੀ ਹੈਗਾ? ਤਾਂ ਅੱਜ ਅਸੀਂ ਆ ਰੂਮ ਛੱਡਣ ਤੋਂ ਪਹਿਲਾਂ ਇਸ ਚੀਜ਼ ਦੀ ਦ੍ਰਿੜਤਾ ਕਰਕੇ ਜਾਣੀ ਹੈ ਕਿ ਜੇ ਤਾਂ ਮੈਂ ਗੁਰੂ ਨਾਨਕ ਦਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਜਿੱਦਾਂ ਹੁਣੇ ਵੀਰ ਜੀ ਕਹਿ ਗਏ ਕਿ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਫਿਰ ਤਾਂ ਮੇਰਾ ਸਾਰਾ ਕੰਮ ਕਾਰ ਉਹ ਗੁਰੂ ਨਾਨਕ ਹੀ ਅੱਗੇ ਹੈ। ਜੇ ਗੁਰੂ ਨਾਨਕ ਨੂੰ ਪਾਰਟ ਟਾਈਮ ਰੱਖਤਾ, ਠੀਕ ਹੈ, ਆਲ ਸੀ ਯੂ ਲੇਟਰ, ਮੈਂ ਕੰਮ ਕਰ ਆਵਾਂ ਜਿੱਥੇ ਹੱਕ ਪਰਾਇਆ ਵੀ ਹੈ, ਮੈਂ ਕੰਮ ਕਰ ਆਵਾਂ ਜਿੱਥੇ ਸੱਚ ਦੀ ਕੋਈ ਗੱਲਬਾਤ ਹੀ ਨਹੀਂ, ਮੈਂ ਕੰਮ ਕਰ ਆਵਾਂ ਜਿੱਥੇ ਨਿੰਦਾ ਹੈ, ਪਰਾਈ ਨਜ਼ਰ ਹੈ, ਫਿਰ ਉੱਥੇ ਗੁਰੂ ਨਾਨਕ ਦਾ ਵਾਸਾ ਨਹੀਂ ਹੈ ਸਾਡੀ ਕਿਰਤ ਦੇ ਵਿੱਚ। ਤਾਂ ਅਸੀਂ ਉੱਥੇ ਪਿੱਛੇ ਛੱਡ ਆਏ, ਅਸੀਂ ਉੱਥੇ ਜੱਫੀ ਨਹੀਂ ਪਾਈ। ਗੁਰੂ ਨਾਨਕ ਦੀ ਜੱਫੀ ਤਾਂ ਇਹੋ ਜਿਹੀ ਹੁੰਦੀ ਹੋਏਗੀ ਕਿ ਜਿੰਨੇ ਇੱਕ ਵਾਰ ਪਾ ਲਈ ਫਿਰ ਛੱਡਣ ਨੂੰ ਜੀ ਨਹੀਂ ਕਰਦਾ, ਫਿਰ ਤਾਂ ਜਿੱਥੇ ਚੱਲ ਗਏ ਗੁਰੂ ਨਾਨਕ ਨਾਲ ਹੀ ਹੈ। ਐਵੇਂ ਦੇ ਬੰਨਾ ਸੀ। ਤਾਂ ਅਸੀਂ ਕੱਲ ਟਰੈਵਲ ਕਰ ਰਹੇ ਸੀ, ਤਾਂ ਕੁਛ ਵਿਚਾਰਾਂ, ਵੀਰ ਜੀ ਮੇਰੇ ਨਾਲ ਸੀਗੇ, ਤਾਂ ਅਸੀਂ ਗੱਲ ਕੀਤੀ। ਮੈਂ ਕਿਹਾ ਥੋੜਾ ਸਮਾਂ ਮੈਨੂੰ ਅੱਜ ਦੇ ਦਿਓ ਕਿਉਂਕਿ ਰਾਤੀ ਸੇਵਾ ਵੀ ਸੀ। ਤਾਂ ਕਹਿੰਦੇ ਕੀ ਕਰਨਾ? ਮੈਂ ਕਿਹਾ ਥੋੜਾ ਸੋਚਣਾ ਹੈ ਕਿ ਕੱਲ ਕੀ ਬੋਲਣਾ ਹੈ, ਕੋਈ ਥੋੜਾ ਆਪਣੇ ਥਾਟਸ ਗੈਦਰ ਕਰਨੇ ਆ। ਕਹਿੰਦੇ ਆਪਾਂ ਹੁਣੀ ਗੱਡੀ 'ਚ ਕਰ ਲੈਂਦੇ ਹਾਂ। ਇਹ ਵੀਰ ਜੀ ਮੇਰੇ ਨਾਲ ਮੇਰੇ ਜੂਨੀਅਰ ਹੁੰਦੇ ਸੀ ਇੰਜੀਨੀਅਰਿੰਗ ਕਾਲਜ 'ਚ, ਰਵਨੀਤ ਸਿੰਘ ਇੱਥੇ ਬੈਠੇ ਵੀ ਹੋਣਗੇ, ਮੈਨੂੰ ਦੇਖਦੇ ਨਹੀਂ ਹੋਣਗੇ, ਚਲੋ। ਤਾਂ ਉਹ ਕਹਿੰਦੇ ਮੈਂ ਇੱਕ ਗੱਲ ਕਹਿਣੀ ਤੁਹਾਨੂੰ, ਇਹ ਤੁਸੀਂ ਮੈਨੂੰ ਕਹੀ ਸੀ। ਮੈਂ ਕਿਹਾ ਜੀ ਦੱਸੋ। ਤਾਂ ਉਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਹੁਣ ਕਰਨ ਲੱਗਿਆ। ਕਹਿੰਦੇ ਤੁਸੀਂ ਮੈਨੂੰ ਗੱਲ ਕਹੀ ਸੀ ਇੱਕ ਵਾਰੀ, ਆਈ ਹੋਪ ਯੂ ਡੋਂਟ ਮਾਈਂਡ, ਕਿ ਉਹਦੀ ਸਪਲੀ ਆ ਗਈ ਸੀ। ਸਪਲੀ ਸਮਝਦੇ ਨਾ ਉੱਥੇ ਸਾਰੇ ਬੱਚੇ ਸਮਝਦੇ। ਸਪਲੀ ਹੁੰਦੀ ਹੈ ਵੀ ਤੁਹਾਡਾ ਇੱਕ ਐਗਜ਼ਾਮ ਹੈ ਤੇ ਤੁਸੀਂ ਉਹਦੇ 'ਚ ਮੇਰਾ ਖਿਆਲ ਨੰਬਰ ਘੱਟ ਆ ਗਏ ਨਾ, ਤਾਂ ਫਿਰ ਸਪਲੀ ਆ ਜਾਏ ਤਾਂ ਬੜੀ ਵੱਡੀ ਪ੍ਰੋਬਲਮ ਹੈ। ਨੋਬਡੀ ਲਾਈਕਸ ਸਪਲੀਜ਼। ਕਹਿੰਦੇ ਮੈਨੂੰ ਇੱਕ ਗੱਲ ਕਹੀ ਸੀ। ਉਹ ਕੀ ਗੱਲ ਸੀ? ਕਿ ਸਪਲੀ ਤੇ ਕੀਰਤਨ ਇੱਕ ਘਰ 'ਚ ਨਹੀਂ ਵਸ ਸਕਦੇ। ਤਾਂ ਮੈਨੂੰ ਬੜੀ ਰੈਜ਼ੋਨੇਟ ਕੀਤੀ ਜਿਹੜੀ ਤੁਸੀਂ ਗੱਲ ਕੀਤੀ ਸੀ। ਕੀਰਤਨ ਉੱਥੇ ਹੀ ਹੈ ਜਿੱਥੇ ਕਿਰਤ ਹੈ। ਸਪਲੀ ਮਤਲਬ ਕਿ ਅਸੀਂ ਸ਼ਾਇਦ ਪੂਰੀ ਮਿਹਨਤ ਨਹੀਂ ਪਾਈ ਉਹਦੇ ਵਿੱਚ, ਠੀਕ ਹੈ। ਜਦੋਂ ਮੈਂ ਇੱਥੇ PAU ਦੀ ਪੜ੍ਹੀ ਹਾਂ, ਮੈਂ ਇੱਥੇ 6 ਸਾਲ ਲਾਏ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਜਦੋਂ ਮੇਰਾ ਪਹਿਲਾ ਹੀ ਸਮੈਸਟਰ ਸੀ ਉੱਥੇ, ਮੈਨੂੰ ਕਿਹਾ ਗਿਆ ਸੀ ਵੀ ਥੋੜਾ ਆਪਣੇ ਬਾਰੇ ਦੱਸਣਾ, ਤਾਂ ਮਾਫ ਕਰਨਾ ਮੇਰੇ ਜੀਵਨ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਮੈਂ ਤੁਹਾਨੂੰ ਕੋਈ ਸੇਧ ਦੇ ਸਕਾਂ, ਪਰ ਜੋ ਕੁਛ ਹੱਡ ਬੀਤੀ ਹੈ ਮੈਂ ਤੁਹਾਡੇ ਨਾਲ ਉਹਦੇ 'ਚ ਸ਼ੇਅਰ ਕਰ ਲੂੰਗੀ। ਤੁਸੀਂ ਉਹਦੇ 'ਚੋਂ ਕੀ ਲੈਣਾ ਇਹ ਤੁਹਾਡੀ ਇੰਟੈਂਸ਼ਨ ਹੈ, ਤੁਹਾਡੀ ਭਾਵਨਾ ਹੈਗੀ ਹੈ। ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਇੱਥੇ ਆ ਕੇ ਕਿਸੇ ਨੂੰ ਲੈਕਚਰ ਦੇ ਸਕੀਏ। ਤਾਂ ਪਹਿਲਾ ਸਮੈਸਟਰ ਸੀ, ਤਾਂ ਮੈਨੂੰ ਮੇਰੇ ਨਾਲ ਦੇ ਬੱਚਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਇਹਦਾ ਸਮੈਸਟਰ ਨਹੀਂ ਲੰਘਣਾ, ਇਹਨੇ ਘਰ ਚਲ ਜਾਣਾ। ਫਸਟ ਸ਼ੀ ਡਜ਼ਨਟ ਫਿਟ ਇਨ, ਔਰ ਉਹ ਦਸਤਾਰ ਦੀ ਬਖਸ਼ਿਸ਼ ਵੀ ਨਹੀਂ ਹੋਈ ਸੀ, ਪਰ ਸਿਰ ਤੇ ਦੁਪੱਟਾ ਸੀ ਸਿਰਫ। ਤਾਂ ਉਹ ਦੁਪੱਟਾ ਵੀ ਚੁੱਭਦਾ ਸੀ ਸਾਰਿਆਂ ਨੂੰ। ਜੇ ਅਸੀਂ ਉੱਥੇ ਯੂਨੀਵਰਸਿਟੀ ਗਲੀਆਂ 'ਚੋਂ ਵੀ ਲੰਘਦੇ ਸੀ ਤਾਂ ਸਾਨੂੰ ਮੁੰਡੇ ਵੀ ਇਹ ਕਹਿ ਕੇ ਛੇੜਦੇ ਸੀ ਬਾਬਾ ਜੀ ਆ ਗਏ ਨੇ, ਜਾਂ ਕਹਿ ਦਿੰਦੇ ਸੀ ਵਾਹਿਗੁਰੂ। ਤਾਂ ਸਾਨੂੰ ਉਸ ਚੀਜ਼ ਨੇ ਵੀ ਇੱਕ ਦ੍ਰਿੜਤਾ ਦਿੱਤੀ ਸੀ ਕਿ ਸਾਨੂੰ ਕੁਝ ਗਲਤ ਨਹੀਂ ਬੋਲਿਆ ਜਾਂਦਾ, ਬਾਬੇ ਨੂੰ ਯਾਦ ਕੀਤਾ ਜਾਂਦਾ ਸਾਨੂੰ ਵੇਖ ਕੇ, ਹਾਲਾਂਕਿ ਸਿਰ ਤੇ ਦੁਪੱਟਾ ਹੀ ਸੀ। ਇਹ ਗੱਲ ਠੀਕ ਨਹੀਂ ਹੈ ਬਾਏ ਦ ਵੇ, ਮੁੰਡੇ ਉਹ ਛੇੜਨਾ ਨਹੀਂ ਹੁੰਦਾ, ਸਾਰੀਆਂ ਤੁਹਾਡੀਆਂ ਭੈਣਾਂ ਨੇ। ਜੇ ਤੁਸੀਂ ਉਹਨਾਂ ਲਈ ਇਹ ਪਲੇਟਫਾਰਮ ਬਣਾ ਦੋਗੇ ਨਾ, ਇਹ ਦੋਨਾਂ ਲਈ ਐਪਲੀਕੇਬਲ ਹੈਗਾ, ਉਹ ਪਲੇਟਫਾਰਮ ਬਣਾ ਦਿਓ ਕਿ ਜਿੱਥੇ ਸਾਨੂੰ ਮਾਣ ਹੋਏ ਕਿ ਇਹ ਸਾਡੇ ਭੈਣ ਭਰਾ ਤੁਰ ਰਹੇ ਨੇ ਨਾਲ, ਸਾਨੂੰ ਇੱਕ ਦੂਸਰੇ ਦੀ ਪ੍ਰੋਟੈਕਸ਼ਨ ਹੋਏ, ਸਾਨੂੰ ਇੱਕ ਦੂਸਰੇ ਦੀ ਅੱਖ ਦਾ ਡਰ ਹੋਏ
कि मैं किद्दां विचरना, ये मेरा गुरु रूप मेरे नाल फिर रहा, मैं किद्दां विचरना। ठीक है, ਤਾਂ ਅਸੀਂ ਉੱਥੇ ਜਦੋਂ ਪਹਿਲਾ ਸਮੈਸਟਰ ਇਹ ਸੁਣਨਾ ਸ਼ੁਰੂ ਕਰ ਦਿੱਤਾ ਵੀ ਤੁਹਾਡੀ ਇੱਥੇ ਚੱਲਣਾ ਨਹੀਂ ਕੰਮ, ਇਹ ਤਾਂ ਕੀਰਤਨ ਤੇ ਤੁਰੇ ਰਹਿੰਦੇ ਨੇ ਸਵੇਰੇ ਸ਼ਾਮ, ਤਾਂ ਉਦੋਂ ਮੈਨੂੰ ਇੱਦਾਂ ਲੱਗਿਆ ਵੀ ਹੋਏਗਾ ਖਸਮ ਤਾਂ ਲਏਗਾ ਰਾਖ, ਕਿ ਅਸੀਂ ਮਿਹਨਤ ਪੂਰੀ ਕਰਨੀ ਹੈ ਤਾਂ ਅੱਗੋਂ ਰਿਜ਼ਲਟ ਕਿਹਦੇ ਹੱਥ ਵਿੱਚ ਹੈ? ਪਰਮੇਸ਼ਰ ਦੇ ਹੱਥ ਵਿੱਚ ਹੈ, ਅਕਾਲ ਪੁਰਖ ਦੇ ਹੱਥ ਵਿੱਚ ਹੈ। ਪਰ ਰਿਜ਼ਲਟਸ ਇਸ ਤਰ੍ਹਾਂ ਦੇ ਆਉਣ ਲੱਗ ਗਏ ਕਿ ਜਿਹੜੇ ਮੈਂ ਸੋਚਿਆ ਵੀ ਨਹੀਂ ਸੀ, ਐਵਰੇਜ ਚਾਈਲਡ। ਕਿਉਂ? ਕਿਉਂਕਿ ਜਿਹੜਾ ਬਾਕੀ ਬੱਚੇ ਟਾਈਮ ਸਪੈਂਡ ਕਰ ਰਹੇ ਸੀ ਬਹੁਤ ਜ਼ਿਆਦਾ ਕਿਤੇ ਟੀਵੀ ਦੇ ਵਿੱਚ, ਬਾਹਰ ਜਾਣਾ, ਖਾਣਾ ਪੀਣਾ, ਉਹਦੇ ਵਿੱਚ ਫੋਕਸ ਸੀਗਾ। ਅਸੀਂ ਜਦੋਂ ਕੀਰਤਨ ਦੇ ਵਿੱਚ ਬੈਠ ਕੇ ਬਾਅਦ 'ਚ ਪੜ੍ਹਾਈ ਕਰਦੇ ਹਾਂ ਤਾਂ ਸਾਡਾ ਫੋਕਸ ਥੋੜ੍ਹਾ ਪੜ੍ਹ ਕੇ ਵੀ ਕਾਫੀ ਫੋਕਸ ਹੋ ਜਾਂਦਾ। ਤਾਂ ਇਹ ਗੱਲ ਯਾਦ ਰੱਖਣੀ ਹੈ ਕਿ ਅਸੀਂ ਗੁਰਸਿੱਖ ਹਾਂ, ਤਾਂ ਅਸੀਂ ਇੱਕ ਹਾਰਡ ਵਰਕਿੰਗ ਬੰਦੇ ਹਾਂ, ਕਿ ਸਾਡੀ ਜਿਹੜੀ ਕਿਰਤ ਹੈਗੀ ਹੈ, ਬੱਚਿਆਂ ਦੀ ਕਿਰਤ ਹੈ ਜਾਂ ਸਾਡੀ ਕਿਰਤ ਹੈ, ਉਹਦੇ 'ਚ ਅਸੀਂ 100% ਐਫਰਟ ਪਾਉਣਾ, 100% ਐਫਰਟ, ਕਿ ਉਹ ਸਾਰੇ ਇਸ ਤਰ੍ਹਾਂ ਤੁਸੀਂ ਰੋਲ ਮਾਡਲ ਬਣ ਜਾਓ ਕਿ ਜਿੱਦਾਂ ਇਹਦੇ ਨੰਬਰ ਆਉਂਦੇ ਨੇ ਇੱਦਾਂ ਦੇ ਮੇਰੇ ਆਉਣੇ ਚਾਹੀਦੇ ਨੇ। ਇੱਥੋਂ ਇਹ ਬੇਸ ਸੀ। ਠੀਕ ਹੈ, ਇਹ ਗੱਲ ਹੋ ਗਈ। ਦੂਸਰੀ ਗੱਲ, ਤੁਸੀਂ ਕੁਝ ਵੀ ਕਰ ਰਹੇ ਹੋ ਲਾਈਫ ਦੇ ਵਿੱਚ, ਉਹ ਤੁਹਾਡੀ ਪੜ੍ਹਾਈ ਹੋ ਸਕਦੀ ਹੈ, ਉਹ ਤੁਹਾਡਾ ਕੋਈ ਸਕਿੱਲ ਹੋ ਸਕਦਾ ਹੈ, ਉਹ ਤੁਹਾਡੀਆਂ ਸਪੋਰਟਸ ਹੋ ਸਕਦੀਆਂ, ਐਨੀਥਿੰਗ, ਔਰ ਤੁਹਾਡਾ ਕੰਮ ਕਰ ਵੀ ਹੋ ਸਕਦਾ ਹੈ। ਉਹਦੇ ਵਿੱਚ 3 ਚੀਜ਼ਾਂ ਦਾ ਧਿਆਨ ਰੱਖਣਾ ਹੈ। 3 ਚੀਜ਼ਾਂ ਕਿਹੜੀਆਂ ਨੇ? ਇੱਕ, ਉਹਦੇ 'ਚ ਮੈਂ ਸ਼ੌਂਕ ਪਾਣਾ ਆਪਣਾ, ਮੈਂ ਆਪਣਾ ਪੈਸ਼ਨ ਪਾ ਦੇਣਾ। ਉਹ ਤੁਹਾਡੀ ਜੌਬ ਵੀ ਹੋ ਸਕਦੀ ਬਾਏ ਦਾ ਵੇ। ਮੈਂ ਇੱਥੇ ਦੇਖਿਆ ਜਿੰਨਾ ਕੁ ਵਿਚਰ ਕੇ, ਇੱਕ ਕੰਮ ਬੋਝ ਬਣ ਚੁੱਕਿਆ। ਤੁਸੀਂ ਬਹੁਤ ਕਿਰਤੀ ਬੈਠੇ ਹੋ, ਕੰਮ ਇਸ ਤਰ੍ਹਾਂ ਦਾ ਬੋਝ ਬਣ ਚੁੱਕਿਆ ਵੀ ਸਟ੍ਰੈਸ ਦੇ ਰਿਹਾ, ਕੰਮ ਤੋਂ ਦੁਖੀ ਹੋ ਰਹੇ ਹੋ ਕੇ ਲੋਕ ਘਰ ਆ ਰਹੇ ਨੇ। ਤਾਂ ਜੇ ਉਹਦੇ ਵਿੱਚ ਅਸੀਂ ਉਹੀ ਗੁਰੂ ਨਾਨਕ ਨੂੰ ਜੱਫੀ ਪਾ ਕੇ ਨਾਲ ਤੁਰੀਏ ਤਾਂ ਬਹੁਤ ਫਰਕ ਪੈ ਜਾਏਗਾ। ਉਸ ਸ਼ੌਂਕ ਦੇ ਨਾਲ ਜਿਹੜਾ ਵੀ ਕੰਮ ਕਰ ਰਹੇ ਹਾਂ, ਉਸ ਸ਼ੌਂਕ ਦੇ ਨਾਲ, ਉਹਦੇ ਵਿੱਚ ਦੂਸਰੀ ਗੱਲ, ਉਹਦਾ ਡਿਸਿਪਲਿਨ ਹੋਏ। ਅੱਛਾ, ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ। ਤੁਸੀਂ ਕੁਛ ਸਿੱਖਣਾ ਸ਼ੁਰੂ ਕੀਤਾ, ਮੰਨ ਲਓ ਅੱਜ ਕਿਸੇ ਨੇ ਧਾਰ ਲਿਆ ਵੀ ਮੈਂ ਰਬਾਬ ਸਿੱਖਣੀ ਹੈ ਇਸ ਸਾਲ ਦੇ ਵਿੱਚ, ਠੀਕ ਹੈ, ਤਾਂ ਗੁਰੂ ਕਿਰਪਾ ਕਰੇ, ਕੋਈ ਕਿਰਪਾ ਹੋ ਜੇ ਕਿ ਅਸੀਂ ਰਬਾਬ ਸਿੱਖਣੇ ਆ। ਅੱਜ ਧਾਰ ਲਿਆ, ਕੀ ਕਰਨਾ ਪਏਗਾ? ਪਹਿਲਾਂ ਉਹਦੇ 'ਚ ਪਿਆਰ ਪਾਉਣਾ ਪਏਗਾ। ਮੇਰਾ ਸ਼ੌਂਕ ਹੈ, ਮੇਰਾ ਪਿਆਰ ਹੈ। ਹੁਣ ਇੱਥੇ ਰਬਾਬ ਦੇ ਦਰਸ਼ਨ ਹੀ ਹੋ ਰਹੇ ਸੀ ਨਾ ਸਵੇਰੇ, ਤੇ ਤੁਹਾਨੂੰ ਕੁਛ ਹੁੰਦਾ ਨਹੀਂ ਅੰਦਰ, ਕੰਮ ਮੌਜਾ ਹੁੰਦਾ ਨਾ ਦਰਸ਼ਨ ਕਰਕੇ। ਤਾਂ ਮੇਰਾ ਇੱਕ ਸ਼ੌਂਕ ਹੈ, ਮਤਲਬ ਮੇਰਾ, ਸਾਡੇ ਸਾਰਿਆਂ ਦੇ ਲਈ ਮੈਂ ਕਹਿ ਰਹੀ ਹਾਂ। ਦੂਸਰੀ ਗੱਲ ਕੀ ਹੋਏਗੀ ਉਹਦੇ 'ਚ? ਦੂਸਰੀ ਗੱਲ ਡਿਸਿਪਲਿਨ। ਡਿਸਿਪਲਿਨ ਸਮਝਦੇ ਨਾ ਆਪਾਂ ਸਾਰੇ, ਠੀਕ ਹੈ? ਮੇਰਾ ਨੇਮ ਹੈ, ਉਹਨੂੰ ਛੱਡਣਾ ਨਹੀਂ। ਮੈਂ ਉਸ ਨਿਯਮ ਨੂੰ ਮੈਂ ਛੱਡਣਾ ਨਹੀਂ। ਰੋਜ਼ 5, 10, 15 ਮਿੰਟ, ਘੰਟਾ, ਜੋ ਵੀ ਹੈ, ਨੇਮ ਬਣ ਗਿਆ। ਔਰ ਤੀਸਰਾ, ਉਹਦੇ ਦੇ ਵਿੱਚ ਦ੍ਰਿੜਤਾ, ਇੱਕ ਡੈਡੀਕੇਸ਼ਨ। ਉਸ ਤੋਂ ਬਿਨਾਂ ਮੇਰਾ ਕੰਮ ਸਰਦਾ ਹੀ ਨਹੀਂ। ਹੁਣ ਮੈਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਮੈਂ ਉਹ ਨਹੀਂ ਕਰ ਲਿਆ। ਔਰ ਇਹੀ ਚੀਜ਼ ਅਸੀਂ ਅਪਲਾਈ ਕਰ ਸਕਦੇ ਹਾਂ ਕੁਛ ਵੀ ਲਾਈਫ ਦੇ ਵਿੱਚ ਜੇ ਅਸੀਂ ਕਰ ਰਹੇ ਹਾਂ। ਬੱਚੇ ਬੈਠੇ ਹਾਂ, ਅਸੀਂ ਵੀ ਬੈਠੇ ਹਾਂ, ਲਾਈਫ ਦੇ ਵਿੱਚ ਇੱਕ ਧਾਰ ਲਈ ਹੈ ਕਿ ਮੈਂ ਇਹਦੇ ਵਿੱਚ ਪਿਆਰ ਪਾ ਦੇਣਾ। ਹੁਣ ਮੈਨੂੰ ਮੇਰੀ ਲਾਈਫ ਬੋਝ ਨਹੀਂ ਲੱਗ ਰਹੀ। ਠੀਕ ਹੈ, ਅੱਗੇ ਚੱਲੀਏ। ਹੁਣ ਵੀਰ ਜੀ ਕਹਿ ਰਹੇ ਸੀ ਵੀ ਅਸੀਂ ਆਫਿਸਰ ਹੈਗੇ ਹਾਂ। ਅਸੀਂ ਆਫਿਸਰ ਤਾਂ ਗੁਰੂ ਦੇ ਹੀ ਹਾਂ, ਤਾਂ ਗੁਰੂ ਦੇ ਹੀ ਬਣ ਕੇ ਰਹੀਏ, ਨਹੀਂ ਤਾਂ ਬਹੁਤ ਪੰਗੇ ਪੈ ਜਾਣਗੇ। ਨਹੀਂ ਤਾਂ ਫਿਰ ਉਹਦੀ ਸੁਣੋ ਕਿ ਉਹਦੀ ਸੁਣੋ, ਜ਼ਿਆਦਾ ਆਫਿਸਰ ਵੀ ਹੋ ਜਾਣ ਤਾਂ ਫਿਰ ਗੜਬੜ ਹੋ ਜਾਂਦੀ ਹੈ ਨਾ। ਤਾਂ ਗੁਰੂ ਦੇ ਹੀ ਆਫਿਸਰ ਬਣਾ ਕੇ ਰੱਖਣ। ਪਰ ਮੈਂ ਵਾਪਸ ਫਿਰ ਤੁਹਾਨੂੰ ਲੈ ਕੇ ਜਾਣੀ ਕਿ ਜਦੋਂ ਮੇਰੀ ਇੱਥੇ ਯੂਨੀਵਰਸਿਟੀ ਪੜ੍ਹਾਈ ਸੀ ਤੇ ਕੀ ਮੈਂ ਤਿਆਰੀ ਕਰ ਰਹੀ ਸੀ ਇਸ ਜੌਬ ਲਈ? ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਹੋਣਾ ਲਾਈਫ 'ਚ। ਅਸੀਂ ਬੜਾ ਕੁਝ ਸੋਚਦੇ ਸੀ, ਆਹ ਬਣਾਂਗੇ, ਆਹ ਬਣਾਂਗੇ, ਆਹ ਬਣਾਂਗੇ। ਮੇਰੀ ਇੱਥੇ ਇੰਜੀਨੀਅਰਿੰਗ ਹੈਗੀ ਹੈ, ਬੀਟੈਕ ਵੀ ਇੱਥੇ ਕੀਤੀ, ਐਮਟੈਕ ਵੀ ਇੱਥੇ ਕੀਤੀ। ਤਾਂ ਨੈਚੁਰਲ ਜੀ ਗੱਲ ਹੈ ਵੀ ਇੰਜੀਨੀਅਰਿੰਗ ਦੇ ਵਿੱਚ ਹੀ ਜਾ ਕੇ ਅੱਗੇ ਕੰਮ ਕਰਨਾ ਸੀਗਾ। ਪਰ ਫਿਰ ਵੀ ਜਦੋਂ ਮੈਂ ਇਹਦੇ ਬਾਰੇ ਸੋਚ ਰਹੀ ਸੀ ਤਾਂ ਲਿਖ ਰਹੀ ਸੀ, ਤਾਂ ਮੈਨੂੰ ਜਵਾਬ ਇਹ ਮਿਲਿਆ ਕਿ ਹਾਂ, ਤਿਆਰੀ ਹੋ ਰਹੀ ਸੀ। ਤਿਆਰੀ ਇਸ ਜੌਬ ਲਈ ਨਹੀਂ ਹੋ ਰਹੀ ਸੀ, ਤਿਆਰੀ ਕੁਝ ਵੱਡੇ ਵਿਜ਼ਨ ਲਈ ਹੋ ਰਹੀ ਸੀ, ਜਿਹੜੀ ਕਿ ਅੱਜ ਵੀ ਹੋ ਰਹੀ ਹੈ, ਜਿਹੜੀ ਕਿ ਹੁੰਦੀ ਰਹੇਗੀ। ਉਹ ਤਿਆਰੀ ਕਿ ਸਾਡੀ ਸੋਚ ਕਿਵੇਂ ਦੀ ਹੈਗੀ ਹੈ, ਸਾਡਾ ਐਟੀਟਿਊਡ ਕਿਵੇਂ ਦਾ ਹੈਗਾ ਨਾ। ਮੈਂ ਇੱਥੇ ਤੁਹਾਨੂੰ ਇੱਕ ਕੋਟ ਪੜ੍ਹ ਕੇ ਸੁਣਾਉਂਗੀ ਜਿਹੜੀ ਮੈਨੂੰ ਚੰਗੀ ਲੱਗੀ, ਠੀਕ ਹੈ? ਇਹਦੇ ਨਾਲ ਲਿੰਕ ਕਰਦੀ ਹੈ ਕਿ ਤੁਸੀਂ ਉਸ ਜਿਹੜਾ ਪੈਸ਼ਨ ਹੈਗਾ, ਉਹ ਜਿਹੜਾ ਸ਼ੌਂਕ ਹੈਗਾ, ਤੁਹਾਡਾ ਐਟੀਟਿਊਡ, ਤੁਹਾਡਾ ਜੀਵਨ ਜੀਉਣ ਦਾ ਤਰੀਕਾ, ਉਹ ਠੀਕ ਹੈ? ਓਕੇ, ਹੁਣ ਮੈਂ ਬੱਚਿਆਂ ਨੂੰ ਚਾਹੁੰਦੀ ਹਾਂ ਵੀ ਉਹ ਕੰਸਨਟਰੇਟ ਕਰਨ ਪੂਰਾ, ਠੀਕ ਹੈ ਜੀ? ਸੁਣੋ, ਕੋਟ ਹੈ, ਮੈਂ ਇੰਗਲਿਸ਼ ਪੜ੍ਹੂੰਗੀ ਫਿਰ ਮੈਂ ਤੁਹਾਨੂੰ ਟਰਾਂਸਲੇਟ ਕਰੂੰਗੀ। ਕਹਿੰਦੇ, ਲੈਟ ਯੂਰ ਮੈਨਰਸ ਸਪੀਕ ਫॉर ਯੂ,
let your deeds prove you and let your deliverance impress you। ਕੀ ਮਤਲਬ ਇਹਦਾ? ਤੁਹਾਡੇ ਆਪਾਂ ਕਹਿੰਦੇ ਨਾ ਤੇਰੇ ਕੋ ਅਕਲ ਨਹੀਂ ਹੈਗੀ, ਤੇਰੇ ਕੋ ਮੈਨਰਸ ਨਹੀਂ ਹੈਗੇ। ਆਪਾਂ ਆਵੇਂ ਬੋਲ ਦਿੰਨੇ ਆ ਮੈਨਰਸ ਵਰਡ, ਇੱਥੇ ਮੈਂ ਪੰਜਾਬ 'ਚ ਵੀ ਦੇਖਿਆ। ਤੇਰਾ ਤਰੀਕਾ ਕੀ ਹੈਗਾ, ਤੇਰਾ ਚਾਲ ਚਲਣ ਕੀ ਹੈਗਾ ਇਸ ਦੁਨੀਆ 'ਚ ਵਿਚਰਨ ਦਾ, ਤੈਨੂੰ ਦੱਸਣ ਦੀ ਲੋੜ ਨਹੀਂ ਹੈ ਆਪਣੇ ਬਾਰੇ। ਤੇਰਾ ਚਾਲ ਚਲਣ ਦੱਸੇਗਾ ਦੁਨੀਆ ਨੂੰ, ਠੀਕ ਹੈ। ਅਗਲੀ ਗੱਲ, ਤੇਰੇ ਡੀਡਸ, ਤੇਰੇ ਐਕਸ਼ਨ, ਤੂੰ ਕੀ ਕੰਮ ਕਰ ਰਿਹਾ ਉਹ ਤੈਨੂੰ ਪ੍ਰੂਵ ਕਰਨਗੇ। ਆਪਾਂ ਪ੍ਰੂਵ ਕਹਿੰਦੇ ਨਾ ਵੀ ਆ ਆਪਾਂ ਦਿੰਨੇ ਆ ਆਪਣਾ ਚਿੱਠਾ ਲਿਖ ਕੇ ਕਿ ਲੁੱਕ ਮੈਂ ਆ ਹੈਗਾ, ਮੈਂ ਆਈ ਵਾਂਟ ਟੂ ਪ੍ਰੂਵ ਮਾਈ ਸੈਲਫ ਕਿ ਮੈਂ ਕੁਛ ਹਾਂ। ਲੋੜ ਨਹੀਂ ਹੈਗੀ। ਤੇਰੇ ਐਕਸ਼ਨ, ਜੋ ਤੂੰ ਕਰਮ ਕਰ ਰਿਹਾ ਉਹ ਦੁਨੀਆ ਨੂੰ ਆਪੇ ਦੱਸ ਦੇਣਗੇ। ਲੈਟ ਯੋਰ ਡਿਲੀਵਰੈਂਸ ਇੰਪ੍ਰੈਸ ਯੂ। ਤੇ ਜੋ ਤੁਸੀਂ ਡਿਲੀਵਰੀ ਕੀਤੀ ਇਸ ਦੁਨੀਆ ਦੇ ਵਿੱਚ, ਜਿਹੜਾ ਤੁਸੀਂ ਕੋਈ ਕੰਮ ਕੀਤਾ ਸਾਰੀ ਮਨੁੱਖਤਾ ਦੇ ਲਈ, ਉਹੀ ਤੈਨੂੰ ਆਪਣੇ ਆਪ ਨੂੰ ਇੰਪ੍ਰੈਸ ਕਰੇਗਾ। ਆਪਾਂ ਲੋਕਾਂ ਨੂੰ ਇੰਪ੍ਰੈਸ ਕਰਨ ਲਈ ਲੱਗਿਆ ਨਾ, ਇੱਕ ਇਹਦੇ 'ਚ ਮੈਨੂੰ ਬੜੀ ਵੱਡੀ ਇੱਕ ਚੀਜ਼ ਲੱਭੀ, ਛੱਡ ਦਿਓ ਹਾਊ ਮੈਨੀ ਪੀਪਲ ਯੂ ਕੈਨ ਪਲੀਜ਼। ਕਿੰਨੇ ਲੋਕਾਂ ਨੂੰ ਇੰਪ੍ਰੈਸ ਕਰ ਲਓਗੇ ਇਸ ਦੁਨੀਆ 'ਚ? ਇੱਕ ਨੂੰ ਕਰ ਲਿਆ, ਦੂਜੇ ਦਾ ਮੂੰਹ ਫੇਰ ਟੇਢਾ, ਦੂਜੇ ਨੂੰ ਕਰ ਲਿਆ, ਤੀਜੇ ਦਾ ਟੇਢਾ। ਜਸਟ ਇੰਪ੍ਰੈਸ ਯੂ, ਬਿਕੋਜ਼ ਤੁਹਾਡੇ ਅੰਦਰ ਬੈਠਾ ਪਰਮਾਤਮਾ ਇੱਥੇ ਹੀ ਹੈ, ਵਾਹਿਗੁਰੂ, ਉਹਨੂੰ ਇੰਪ੍ਰੈਸ ਕਰੋ ਜੇ ਹੋ ਸਕਿਆ ਤਾਂ। ਅੱਗੇ ਕਹਿੰਦੇ ਐਵਰੀ ਪਰਸਨ ਹੈਜ਼ ਅ ਮਿਸ਼ਨ। ਹਰ ਇੱਕ ਬੰਦੇ ਦਾ ਇੱਕ ਮਿਸ਼ਨ ਹੈਗਾ, ਉਹ ਕੁਛ ਵੀ ਹੋ ਸਕਦਾ ਹੈ, ਉਹ ਅਸੀਂ ਆਪਣੇ ਆਪ 'ਚ ਝਾਤੀ ਮਾਰਨੀ ਉਹ ਮਿਸ਼ਨ ਕੀ ਹੈਗਾ। ਐਵਰੀ ਮਿਸ਼ਨ ਹੈਜ਼ ਅ ਮੈਗਨੀਟਿਊਡ, ਠੀਕ ਹੈ। ਮਿਸ਼ਨ ਹੁਣ ਅਸੀਂ ਰਬਾਬ ਦੀ ਫਿਰ ਲੈ ਲੈਂਦੇ ਹਾਂ, ਉਹ ਕਿੰਨਾ ਕੁ ਜ਼ਿਆਦਾ ਮੈਨੂੰ ਇੱਛਾ ਹੋ ਰਹੀ ਹੈ ਕਿ ਮੈਂ ਹੁਣੇ ਸਿੱਖਣਾ ਹੈ, ਉਹਦਾ ਮੈਗਨੀਟਿਊਡ ਕੀ ਹੈਗਾ, ਉਹਦੀ ਇੰਟੈਂਸਿਟੀ ਕਿੰਨੀ ਜ਼ਿਆਦਾ ਹੈਗੀ ਹੈ ਕਿ ਕੁਛ ਕਰਕੇ ਦਿਖਾਣਾ। ਪਰ ਕਹਿੰਦੇ ਉਹ ਪੂਰਾ ਕਰਨ ਲਈ ਉਹਦੇ 'ਚ ਕੁਛ ਚੀਜ਼ਾਂ ਦੀ ਲੋੜ ਹੈਗੀ ਹੈ। ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਤੁਹਾਡਾ ਐਟੀਟਿਊਡ ਤੇ ਤੁਹਾਡਾ ਚਾਲ ਚਲਨ, ਤੁਹਾਡਾ ਤੌਰ ਤਰੀਕਾ ਕੀ ਹੈਗਾ। ਤੇ ਜਦੋਂ ਉਸੇ ਚੀਜ਼ ਨੂੰ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ, ਡਿਵੋਸ਼ਨ ਦੇ ਨਾਲ ਕਰਾਂਗੇ, ਫਿਰ ਕਿਤੇ ਭੱਜਣ ਦੀ ਲੋੜ ਨਹੀਂ ਹੈ। ਫਿਰ ਕੀ ਹੋਏਗਾ? ਕਾਮਯਾਬੀ ਦਾ ਸੀਕ੍ਰੇਟ ਇਹ ਹੈਗਾ।